ਮਨ ਤੰਦਰੁਸਤ ਤਾਂ ਤਨ ਵੀ ਤੰਦਰੁਸਤ। ਅਸੀਂ ਗੰਦਗੀ ਖਾਣ ਤੋਂ ਹਟ ਜਾਈਏ, ਬਿਮਾਰੀਆਂ ਹੀ ਨਹੀਂ ਹੋਣਗੀਆਂ। ਸਮੁੱਚੀ ਮਾਨਵਤਾ ਲਈ ਤੰਦਰੁਸਤ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਖੇੜੇ ਵੰਡੋ। ਦੁਨੀਆ ਦੀ ਇੱਕ ਗੰਭੀਰ ਬਿਮਾਰੀ ਹੈ, ਉਸ ਬਾਰੇ ਆਪਾਂ ਗੱਲ ਕਰਾਂਗੇ। ਕਿਉਂ ਹੁੰਦੀ ਹੈ, ਕੀ ਲੱਛਣ ਹੁੰਦੇ ਨੇ, ਜਿਗਰ ਦਾ ਕੈਂਸਰ ਹੁੰਦਾ ਕਿਉਂ ਹੈ, ਕਿਹੜੇ ਕਾਰਨਾਂ ਕਰਕੇ ਇਹ ਬਿਮਾਰੀ ਲਪੇਟ ਚ ਲੈਂਦੀ ਹੈ ਬੰਦੇ ਨੂੰ। 14.3 ਦੇ ਕਰੀਬ ਫੀਸਦੀ ਦੇ ਕਰੀਬ ਆਦਮੀ ਤੇ 5.1% ਔਰਤਾਂ ਜਿਗਰ ਦੇ ਕੈਂਸਰ ਸਦਕਾ ਮੌਤ ਦੇ ਮੂੰਹ ਵਿੱਚ ਜਾਂਦੇ ਪਏ ਨੇ। ਨਿੱਕੇ ਮੋਟੇ ਲੱਛਣ ਅਸੀਂ ਪਛਾਣਦੇ ਹੀ ਨਹੀਂ ਤੇ ਇਹ 90% ਤਾਂ ਜਦੋਂ ਇਹ ਬਹੁਤ ਵੱਧ ਜਾਂਦਾ ਹੈ ਸਟੇਜ 3 ਤੇ 4 ਤੇ ਫੇਰ ਹੀ ਲੱਭਿਆ ਜਾਂਦਾ। ਜਦੋਂ ਸਭ ਤੋਂ ਗੰਭੀਰ ਜੇ ਹੈਪੇਟਾਈਟਸ B ਤੇ C ਵਾਇਰਸ ਦਾ ਹੱਲਾ, ਸਿਰਿੰਜਾਂ ਸੇਮ ਵਰਤੀ ਜਾਂਦੇ ਨੇ ਜੋ ਨਸ਼ੇ ਦਾ ਕਰਦੇ ਨੇ, ਜਾਂ ਜੋ ਸਰੀਰਕ ਸੰਬੰਧ ਅਨਪ੍ਰੋਟੈਕਟਡ ਸੈਕਸ, ਉਹ ਇੱਕ ਮੇਜਰ ਰੀਜ਼ਨ ਬਣ। ਹਰਸ਼ਰਨ ਆਪਣਾ ਕੰਮ ਕਿਸੇ ਨੂੰ ਡਰਾਉਣਾ ਨਹੀਂ, ਸਿਰਫ ਸਹੀ ਸੇਧ ਦੇਣੀ, ਸਹੀ ਰਾਹ ਦਿਖਾਉਣਾ। ਬਿਲਕੁਲ ਆਦਮੀਆਂ ਨੂੰ, ਯਾਨੀ ਔਰਤਾਂ ਨਾਲੋਂ ਵੱਧ ਆਦਮੀਆਂ ਨੂੰ ਇਹਦਾ ਖਤਰਾ ਹੈ। ਸਿਗਰਟ ਇੱਕ ਅੱਤ ਦੀ ਨੁਕਸਾਨ ਦੇ, ਨਾ ਸਿਰਫ ਪੀਣ ਵਾਲਿਆਂ ਨੂੰ, ਜਿਹੜੇ ਨਹੀਂ ਪੀਂਦੇ ਨਾਲ ਬੈਠੇ ਲੰਘਾਈ ਜਾਂਦੇ ਨੇ, ਉਹਨਾਂ ਵਿੱਚ ਵੀ ਖਤਰਾ ਬਹੁਤ ਜ਼ਿਆਦਾ ਜੇ। ਪਰ ਇਹ ਟੀਕਾ ਵੀ ਵਿਸ਼ਵ ਪੱਧਰ ਤੇ ਹੁਣ ਇਹਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਇਸ ਨਾਲ ਵੀ ਜਿਗਰ ਦਾ ਕੈਂਸਰ ਬਹੁਤ ਭਾਰੀ ਮਾਤਰਾ ਵਿੱਚ ਵਧਿਆ। ਆਪਣੇ ਸਰੀਰਕ ਦਿੱਖ ਵਾਸਤੇ ਜੋ ਐਨਾਬੋਲਿਕ ਸਟੀਰੋਇਡਸ ਲਾ ਰਹੇ ਹੋ, ਤੁਸੀਂ ਬਹੁਤ ਮਾੜੀ ਮੌਤ ਨੂੰ ਉਡੀਕ ਰਹੇ ਹੋ ਵੀ। ਤੇ ਡਾਕਟਰ ਸਾਹਿਬ, ਇਦਾਂ ਤਾਂ ਨਹੀਂ ਕੋਈ ਮਤਲਬ ਚਾਂਸ ਹੁੰਦਾ ਕਿ ਕਈ ਵਾਰੀ ਕਿਸੇ ਦਾ ਪਤਾ ਹੀ ਨਹੀਂ ਲੱਗਦਾ, ਸਰੀਰ ਦੇ ਵਿੱਚ ਕੋਈ ਲੱਛਣ ਹੀ ਨਹੀਂ ਆਉਂਦਾ? ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਹਫਤਾਵਰੀ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਖਾਲਸ ਖਾਣਾ ਵਿੱਚ ਪਿਛਲੇ 2 ਹਫ਼ਤਿਆਂ ਤੋਂ ਆਪਾਂ ਲਗਾਤਾਰ ਇੱਕ ਵਾਰ ਤਾਂ ਗੱਲ ਕੀਤੀ ਸੀ ਕਿ ਮੋਬਾਈਲ ਤੇ ਜਿਹੜੇ ਘੰਟਿਆਂ ਬੱਧੀ ਗੱਲਾਂ ਕਰਦੇ ਨੇ ਲੋਕ, ਉਹਨਾਂ ਦਾ ਕੀ ਹਸ਼ਰ ਹੋਊਗਾ। ਕਿਉਂਕਿ ਜ਼ਰੂਰੀ ਨਹੀਂ ਕਿ ਖਾਲਸ ਖਾਣਾ ਦੇ ਵਿੱਚ ਆਪਾਂ ਗੱਲ ਸਿਰਫ ਤੇ ਸਿਰਫ ਖਾਣੇ ਦੀ ਹੀ ਕਰਨੀ ਹੈ। ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ, ਇਹੋ ਜਿਹੇ ਟੌਪਿਕ ਨੇ ਜਿਨ੍ਹਾਂ ਤੇ ਡਾਕਟਰ ਸਾਹਿਬ ਦੀ ਸਲਾਹ ਲੈਣੀ ਬੜੀ ਜ਼ਰੂਰੀ ਹੁੰਦੀ ਹੈ। ਤੇ ਪਿਛਲੀ ਵਾਰੀ ਆਪਾਂ ਜਿਹੜਾ ਪ੍ਰੋਗਰਾਮ ਕੀਤਾ ਸੀ ਕਿ ਸਵਿਮਿੰਗ, ਤੈਰਾਕੀ ਕਰਨ ਵਾਲਿਆਂ ਦੇ ਬਿਮਾਰੀਆਂ ਨੇੜੇ ਵੀ ਨਹੀਂ ਲੱਗਦੀਆਂ, ਤੇ ਹੋਰ ਜੇ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਵੀ ਆਪਾਂ ਗੱਲ ਕੀਤੀ ਸੀ। ਸੋ ਬੜਾ ਰਿਸਪਾਂਸ ਵਧੀਆ ਤੁਸੀਂ ਦੇ ਰਹੇ ਹੈਗੇ ਹੋ। ਅੱਜ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਖਾਸ ਪ੍ਰੋਗਰਾਮ ਦੇ ਵਿੱਚ, ਡਾਕਟਰ ਹਰਸ਼ਿੰਦਰ ਕੌਰ, ਜਿਹੜੇ ਕਿ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ, ਨਾਲ ਸਮਾਜ ਸੇਵਾ ਵੀ ਉਹ ਕਰਦੇ ਨੇ। ਅਤੇ ਇੱਕ ਸਭ ਤੋਂ ਜ਼ਰੂਰੀ ਗੱਲ ਜਿਹੜੀ ਅਸੀਂ ਹਰ ਵਾਰ ਦੱਸਦੇ ਹੁੰਦੇ ਹਾਂ ਕਿ ਹੋਮਿਓਪੈਥੀ ਦੇ ਡਾਕਟਰ ਨਹੀਂ ਹੈਗੇ ਡਾਕਟਰ ਹਰਸ਼ਿੰਦਰ, ਐਲੋਪੈਥੀ ਡਾਕਟਰ ਨੇ। ਸੋ ਸਾਡੇ ਨਾਲ ਜੁੜ ਚੁੱਕੇ ਨੇ ਖਾਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਆਪਾਂ ਇੱਕ ਦੁਨੀਆ ਦੀ ਇੱਕ ਗੰਭੀਰ ਬਿਮਾਰੀ ਹੈ, ਉਸ ਬਾਰੇ ਆਪਾਂ ਗੱਲ ਕਰਾਂਗੇ। ਕਿਉਂ ਹੁੰਦੀ ਹੈ, ਕੀ ਲੱਛਣ ਹੁੰਦੇ ਨੇ, ਤੇ ਖੁਰਾਕ ਕਿਹੜੀ ਲੈਣੀ ਚਾਹੀਦੀ ਹੈ ਜਿਹਦੇ ਨਾਲ ਉਹ ਬਿਮਾਰੀ ਹੋਵੇ ਨਾ। ਖੁਰਾਕ ਤੇ ਆਪਾਂ ਅਗਲੀ ਵਾਰੀ ਗੱਲ ਕਰਾਂਗੇ। ਸੋ ਡਾਕਟਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ-ਬਹੁਤ ਸਵਾਗਤ ਹੈ ਖਾਲਸ ਟੀਵੀ ਤੇ। ਬਹੁਤ ਧੰਨਵਾਦ। ਤੇ ਸੱਚੀ ਮੁੱਚੀ ਜਿਵੇਂ ਤੁਸੀਂ ਸ਼ੁਕਰਾਨਾ ਕੀਤਾ, ਮੈਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਤਰੀਕੇ ਦਾ ਲਗਾਤਾਰ ਰਿਸਪੌਂਸ ਵੀ ਸਾਨੂੰ ਮਿਲਦਾ ਜੇ, ਤੇ ਜਿਸ ਤਰੀਕੇ ਉਹ ਪਿਆਰ ਮੁਹੱਬਤ। ਤੇ ਮੈਨੂੰ ਨਾ ਅਜੇ ਵੀ ਸੱਚ ਦੱਸਾਂ, ਕੱਲ ਵੀ ਉਲਾਂਭਾ ਆਇਆ ਸੀ ਕਿ ਅਸੀਂ ਕਾਂਜੀ ਬਣਾਈ, ਤੁਸੀਂ ਪਹੁੰਚੇ ਹੀ ਨਹੀਂ। ਸੋ ਮੈਨੂੰ ਲੱਗਦਾ ਕਿ ਅਸੀਂ ਉਹ ਗੁੱਸਾ, ਉਹ ਸਭ ਦਾ ਆਪਾਂ ਨੂੰ ਦੂਰ ਕਰਨਾ ਹੀ ਪੈਣਾ, ਸਹੀ ਜਾਣਾ ਗੱਲ ਹੈ। ਇਹ ਨਾ ਪੈਣਾ। ਹੋਵੇ ਗਰਮੀ ਲੰਘ ਜੇ ਤੇ ਆਪਾਂ ਰਹਿ ਜਾਈਏ ਫਿਰ। ਬਿਲਕੁਲ। ਪਰ ਅੱਜ ਦਾ ਪ੍ਰੋਗਰਾਮ ਦੇਖੋ, ਉਹਨਾਂ ਦੀ ਮੰਗ ਤੇ ਅਸੀਂ ਇੱਕ ਤਾਂ ਉਹਨਾਂ ਦਾ ਗਿਲਾ ਦੂਰ ਕਰ ਦਿੱਤਾ, ਕਿਉਂਕਿ ਉਹਨਾਂ ਨੇ ਕਿਹਾ ਸੀ ਸਾਡੇ ਘਰ ਵਿੱਚ ਪਰਮਾਤਮਾ ਸਭ ਨੂੰ ਸਿਹਤ ਦੇਵੇ। ਉਹਨਾਂ ਨੇ ਕਿਹਾ ਕਿ ਸਾਡੇ ਘਰ ਵਿੱਚ ਇੱਕ ਜਿਗਰ ਦਾ ਕੈਂਸਰ ਦਾ ਸਾਡੇ ਮਰੀਜ਼ ਹੈ, ਸਾਨੂੰ ਜੇ ਉਸ ਬਾਰੇ ਦੱਸੋ, ਬਾਕੀ ਕਿਵੇਂ ਬਚ ਸਕਦੇ ਨੇ, ਕਿਵੇਂ ਮੁੱਢਲੇ ਲੱਛਣ ਹੋਣ, ਕਿਹੜੀ ਖੁਰਾਕ ਹੁਣ ਦਿੱਤੀ ਜਾਵੇ, ਕਿਸ ਤਰ੍ਹਾਂ ਦੀ ਖੁਰਾਕ ਨਾਲ ਬਾਕੀ ਬਚ ਸਕਦੇ ਨੇ। ਸੋ ਉਹਨਾਂ ਦੀ ਮੰਗ ਤੇ ਕਿ ਕਾਂਜੀ ਸਾਡੀ ਡਿਊ ਰਹੀ, ਜ਼ਰੂਰ ਆਵਾਂਗੇ। ਪਰ ਇਸ ਦੇ ਬਾਰੇ ਕੀ ਖਿਆਲ ਹੈ, ਦੱਸ ਦਈਏ? ਅੱਧਾ ਗਿਲਾ ਉਹਨਾਂ ਦਾ ਤਾਂ ਨਿਕਲ ਜਾਏਗਾ। ਬਿਲਕੁਲ ਬਿਲਕੁਲ, ਕਿਉਂਕਿ ਇਹ ਇਕੱਲੇ ਉਹਨਾਂ ਬਾਰੇ ਨਹੀਂ, ਉਹਨਾਂ ਦੇ ਰਾਹੀਂ ਕਿੰਨੇ ਲੋਕਾਂ ਦਾ ਫੈਸਲਾ, ਕਿੰਨੇ ਲੋਕਾਂ ਦਾ ਭਲਾ ਹੋ ਜਾਊਗਾ। ਕਿਉਂਕਿ ਜਿਗਰ ਦਾ ਕੈਂਸਰ ਇਕੱਲੇ ਇੱਕ ਘਰ ਦੇ ਵਿੱਚ ਨਹੀਂ, ਪਤਾ ਨਹੀਂ ਕਿੰਨੇ ਲੋਕਾਂ ਨੂੰ ਇਸ ਬਿਮਾਰੀ ਨੇ ਜਕੜ ਰੱਖਿਆ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਕਿ ਜਿਗਰ ਦਾ ਕੈਂਸਰ ਹੁੰਦਾ ਕਿਉਂ ਹੈ, ਕਿਹੜੇ ਕਾਰਨਾਂ ਕਰਕੇ ਇਹ ਬਿਮਾਰੀ ਲਪੇਟ 'ਚ ਲੈਂਦੀ ਹੈ ਬੰਦੇ ਨੂੰ।
ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਿਵੇਂ ਤੁਸੀਂ ਕਿਹਾ ਵੀ ਹਰ 1 ਲੱਖ ਲੋਕਾਂ ਪਿੱਛੇ ਜੋ ਔਨ ਐਨ ਐਵਰੇਜ ਇਹ ਕੱਢੀ ਹੋਈ ਹੈ ਇੱਕ ਕਿ 14.3 ਦੇ ਕਰੀਬ ਫੀਸਦੀ ਦੇ ਕਰੀਬ ਆਦਮੀ ਤੇ 5.1 ਫੀਸਦੀ ਔਰਤਾਂ ਜਿਗਰ ਦੇ ਕੈਂਸਰ ਸਦਕਾ ਮੌਤ ਦੇ ਮੂੰਹ ਵਿੱਚ ਜਾਂਦੇ ਪਏ ਨੇ। ਜੀ ਜੀ ਤੇ ਅੱਜ ਦੇ ਦਿਨ ਹਰ 1 ਲੱਖ ਵਿੱਚੋਂ 10.1 ਫੀਸਦੀ ਲੋਕ ਜਿਗਰ ਦੇ ਕੈਂਸਰ ਨਾਲ ਹੁਣ ਅੱਜ ਦੀ ਦਿਹਾੜੀ ਵੀ ਜੰਗ ਵਿੱਢ ਰਹੇ ਨੇ, ਯਾਨੀ ਬਹੁਤ ਵੱਡੀ ਗਿਣਤੀ ਜੇ। ਜੀ ਜੀ ਇਕੱਲੇ ਅਮਰੀਕਾ ਨੂੰ ਹੀ ਜੇ ਮੈਂ ਲਵਾਂ ਤਾਂ 24,500 ਦੇ ਕਰੀਬ ਨੇ ਆਦਮੀ ਤੇ 10,000 ਔਰਤਾਂ ਜਿਗਰ ਦੇ ਰੋਗ ਨਾਲ, ਜਿਗਰ ਦੇ ਕੈਂਸਰ ਦੇ ਰੋਗ ਨੂੰ ਨਾਲ ਜੂਝ ਰਹੇ ਨੇ। ਜੀ ਸੋ ਇੱਕ ਤਰੀਕੇ ਬਹੁਤ ਇਹ ਖਤਰਨਾਕ ਇਸ ਕਰਕੇ ਹੋ ਜਾਂਦਾ ਕਿ ਇਹ ਅਰਲੀ ਸਟੇਜ ਤੇ ਲੱਭਿਆ ਹੀ ਨਹੀਂ ਜਾਂਦਾ। ਮੁਸੀਬਤ ਇਹ ਹੈ ਕਿ ਇਹਦੇ ਇੰਨੇ ਮਹੀਨ ਜਿਹੇ ਲੱਛਣ ਤੇ ਇੱਕੋ ਲੁਕਿਆ ਹੁੰਦਾ ਅੰਦਰ ਥੱਲੇ ਹੱਡੀਆਂ ਦੇ ਪਿੱਛੇ, ਛਾਤੀ ਦੀਆਂ ਹੱਡੀਆਂ ਦੇ ਅੰਦਰ, ਕਿ ਇਹ ਨਿੱਕੇ ਮੋਟੇ ਲੱਛਣ ਅਸੀਂ ਪਛਾਣਦੇ ਹੀ ਨਹੀਂ। ਤੇ ਇਹ 90% ਤਾਂ ਜਦੋਂ ਇਹ ਬਹੁਤ ਵੱਧ ਜਾਂਦਾ ਸਟੇਜ 3 ਤੇ 4 ਤੇ ਫੇਰ ਹੀ ਲੱਭਿਆ ਜਾਂਦਾ, ਜਦੋਂ ਲਗਭਗ ਲਾ ਇਲਾਜ ਹੋ ਜਾਂਦਾ। ਤੇ ਬਹੁਤ ਰੱਬ ਮਿਹਰ ਹੀ ਕਰੇ, ਬੜੀ ਮਾੜੀ ਹੀ ਮੌਤ ਨਾਲ ਜਾਈਦਾ। ਸੋ ਇਸੇ ਕਰਕੇ ਨਵੀਆਂ ਖੋਜਾਂ ਕਿ ਕਿਵੇਂ ਉਸ ਹਾਲਤ ਵਿੱਚ ਵੀ ਆਪਾਂ ਖੁਰਾਕ ਨਾਲ ਆਪਣੀ ਜ਼ਿੰਦਗੀ ਲੰਬੀ ਕਰ ਸਕਦੇ ਹਾਂ, ਜੋ ਦਵਾਈਆਂ ਜਾਂ ਜੋ ਵੀ ਚੱਲ ਰਹੀਆਂ ਉਹਨਾਂ ਦੇ ਬਾਵਜੂਦ, ਜਾਂ ਜੀ ਫਿਰ ਬਾਕੀ ਜਿਹੜੇ ਵੀ ਕਿਸ ਤਰੀਕੇ ਇਹੋ ਜਿਹੀ ਖੁਰਾਕ ਲੈਣ ਜੋ ਕਿ ਸਿਰਫ ਤੇ ਸਿਰਫ ਖੋਜਾਂ ਉੱਤੇ ਆਧਾਰਿਤ, ਜਿਹਦੇ ਬਿਲਕੁਲ ਨਾਲ ਤੁਸੀਂ ਜਿਗਰ ਸਿਹਤਮੰਦ ਰੱਖ ਸਕੋਗੇ। ਸੋ ਇਹ ਕਿਉਂਕਿ ਲੰਬਾ ਨਾ ਕਰੀਏ, ਆਪਾਂ ਪਹਿਲਾ ਹਾਫ ਕੇ ਪਛਾਣੋ ਕਿਵੇਂ ਜਿਗਰ ਨੂੰ, ਹਾਂਜੀ ਕਿਵੇਂ ਨਰੋਆ ਰੱਖੋ। ਅਗਲੀ ਵਾਰ ਆਪਾਂ ਫਿਰ ਉਹਦੇ ਖੁਰਾਕ ਬਾਰੇ ਪੂਰੀ ਡਿਟੇਲ ਚ ਗੱਲ ਕਰਾਂਗੇ। ਬਿਲਕੁਲ ਡਾਕਟਰ ਸਾਹਿਬ। ਸੋ ਇਤਕੀ ਹੁਣ ਕਾਰਨਾਂ ਦਾ ਜਾਣਨਾ ਵੀ ਬੜਾ ਜ਼ਰੂਰੀ ਹੈ ਕਿ ਕਿਹੜੇ ਬਿਲਕੁਲ ਕਾਰਨਾਂ ਬਿਲਕੁਲ ਕਰਕੇ ਹੁੰਦੇ ਨੇ, ਤਾਂ ਕਿ ਆਪਾਂ ਉਹਨਾਂ ਤੋਂ ਬਚ ਸਕੀਏ। ਬਿਲਕੁਲ ਦੇਖੋ, ਸਭ ਤੋਂ ਗੰਭੀਰ ਜੇ ਹੈਪੇਟਾਈਟਸ ਬੀ ਤੇ ਸੀ ਵਾਇਰਸ ਦਾ ਹੱਲਾ, ਜਿਸ ਸਦਕਾ ਆਮ ਤੌਰ ਤੇ ਜਿਗਰ ਸੁੰਗੜ ਜਾਂਦਾ ਜੇ, ਸਿਰੋਸਿਸ ਹੋ ਜਾਂਦਾ। ਸੋ ਉਹ ਇੱਕ ਬੜਾ ਮੇਜਰ ਰੀਜ਼ਨ ਬਣ ਰਿਹਾ ਹੈ ਕਿ ਜੀ ਜਿਸ ਨਾਲ ਜਿਗਰ ਦਾ ਕੈਂਸਰ ਬਾਅਦ ਵਿੱਚ ਬਣ ਜਾਂਦਾ। ਤੇ ਅਫਸੋਸ ਕਿ ਇਹਨਾਂ ਨੂੰ ਤੋਂ ਅਸੀਂ ਬਚ ਸਕਦੇ ਹੋਇਆਂ ਵੀ ਬਚਦੇ ਨਹੀਂ। ਜੀ ਦੇਖੋ ਜਿਵੇਂ ਸਿਰਿੰਜਾਂ ਸੇਮ ਵਰਤੀ ਜਾਂਦੇ ਨੇ ਜੋ ਨਸ਼ੇ ਦਾ ਕਰਦੇ ਨੇ, ਜਾਂ ਜੋ ਸਰੀਰਕ ਸੰਬੰਧ ਅਨਪ੍ਰੋਟੈਕਟਿਡ ਸੈਕਸ, ਉਹ ਇੱਕ ਮੇਜਰ ਰੀਜ਼ਨ ਬਣ ਰਿਹਾ। ਫਿਰ ਖੂਨ ਚੜਵਾ ਲੈਂਦੇ ਨੇ ਬਗੈਰ ਟੈਸਟ ਕੀਤਾ ਹੋਇਆ, ਜਾਂ ਫਿਰ ਪਿੰਡਾਂ ਵਿੱਚ ਇੱਕੋ ਹੀ ਸੂਈ ਨਾਲ ਟੀਕੇ ਲਾਈ ਜਾਣੇ। ਇਹ ਸਾਡਾ ਇੱਕ, ਤੁਸੀਂ ਸਮਝ ਲਓ ਕਿ ਲੀਡਿੰਗ ਕਾਜ਼ ਬਣਦਾ ਜਾਂਦਾ ਜੇ ਸਾਡਾ, ਜੀ ਜਿਨ੍ਹਾਂ ਸਦਕਾ ਅਸੀਂ ਇਹ ਬਿਮਾਰੀਆਂ ਲੈ ਰਹੇ ਹਾਂ ਤੇ ਉਹਨਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਹੋਈਆਂ। ਲੰਬੇ ਸਮੇਂ ਤੱਕ ਉਹ ਟਿਕੀਆਂ ਰਹਿੰਦੀਆਂ, ਜਦੋਂ ਜਿਗਰ ਦਾ ਨਾਸ ਵੱਜਣਾ ਸ਼ੁਰੂ ਹੁੰਦਾ ਫਿਰ ਪਤਾ ਲੱਗਦਾ, ਉਦੋਂ ਤੱਕ ਕੰਮ ਵਿਗੜ ਜਾਂਦਾ। ਜੀ ਜੀ ਪਰ ਮੈਂ ਇਹ ਦੱਸ ਦਿਆਂ ਕਿ ਹਰ ਸਿਰੋਸਿਸ ਦੇ ਮਰੀਜ਼ ਨੂੰ ਕੈਂਸਰ ਨਹੀਂ ਹੁੰਦਾ। ਆਪਾਂ ਵੇਖੋ, ਹਰਸ਼ਰਨ ਆਪਣਾ ਕੰਮ ਕਿਸੇ ਨੂੰ ਡਰਾਉਣਾ ਨਹੀਂ, ਸਿਰਫ ਸਹੀ ਸੇਧ ਦੇਣੀ, ਸਹੀ ਰਾਹ ਦਿਖਾਉਣਾ। ਬਿਲਕੁਲ ਸੋ ਜਿਹੜਾ ਵੀ ਸਾਡਾ ਕੋਈ ਵੀਰ ਭੈਣ ਸਿਰੋਸਿਸ ਦਾ ਮਰੀਜ਼ ਜੇ ਇਹ ਸੁਣ ਰਿਹਾ, ਉਹਨੂੰ ਕਲੀਅਰ ਪਤਾ ਹੋਵੇ ਕਿ ਕੋਈ ਇੰਨਾ ਵੀ ਤੁਸੀਂ ਕੋਈ ਡਰਨ ਜਾਂ ਅਰਕਣ ਦੀ ਲੋੜ ਨਹੀਂ। ਹਰ ਸਿਰੋਸਿਸ ਨੂੰ ਬਿਲਕੁਲ ਕਿਸੇ ਵੀ ਹਾਲ 'ਚ ਮੈਂ ਨਹੀਂ ਕਿਹਾ ਕਿ ਕੈਂਸਰ ਹੋਣਾ ਹੀ ਹੋਣਾ, ਇਸ ਤਰ੍ਹਾਂ ਦਾ ਨਹੀਂ ਹੁੰਦਾ। ਪਰ ਕੁਝ ਨੁਕਤੇ ਨੇ ਜਿਹੜੇ ਜਿਗਰ ਦਾ ਕੈਂਸਰ ਹੋਣ ਦਾ ਖਤਰਾ ਵਧਾ ਸਕਦੇ ਨੇ, ਯਾਨੀ ਕਿਹਨਾਂ ਲੋਕਾਂ ਨੂੰ ਫਿਕਰ ਕਰਨ ਦੀ ਲੋੜ ਹੈ। ਇੱਕ ਤਾਂ ਜਿਵੇਂ ਦੱਸਿਆ ਸੀ, ਸਿਰੋਸਿਸ ਇੱਕ ਖਤਰਾ ਹੈ, ਇਹਦੇ 'ਚ ਬਣ ਸਕਦਾ। ਸੋ ਉਸ ਤੋਂ ਬਾਅਦ ਵੀ ਤੁਸੀਂ ਖੁਰਾਕ, ਜੋ ਅਗਲੇ ਐਪੀਸੋਡ 'ਚ ਦੱਸਾਂਗੇ, ਜ਼ਰੂਰ ਉਹਦਾ ਖਿਆਲ ਰੱਖਣ। ਸੋ ਪਹਿਲੀ ਚੀਜ਼ ਤਾਂ ਆਦਮੀਆਂ ਨੂੰ, ਯਾਨੀ ਔਰਤਾਂ ਨਾਲੋਂ ਵੱਧ ਆਦਮੀਆਂ ਨੂੰ ਇਹਦਾ ਖਤਰਾ ਹੈ। ਉਹਨਾਂ ਚੋਂ ਵੀ ਸਭ ਤੋਂ ਵੱਧ ਹੁਣ ਦੇਖੋ ਜਿਹੜੇ ਅਮਰੀਕਨ ਏਸ਼ੀਅਨ, ਯਾਨੀ ਉਹਨਾਂ ਵਿੱਚ ਵੀ ਸਾਡੇ, ਜਾਂ ਅਮਰੀਕਨ ਭਾਰਤੀ ਦੂਜੇ ਨੰਬਰ ਤੇ ਆ ਰਹੇ ਨੇ, ਕਿਉਂਕਿ ਉਹਨਾਂ ਦੀ ਖੁਰਾਕ, ਜੋ ਪ੍ਰੋਸੈਸਡ ਖਾਣੇ, ਜੋ ਸਭ ਕੁਝ ਲੈ ਰਹੇ ਨੇ, ਉਹ ਸਾਡੇ ਜੀਨਸ ਉਸ ਮੁਤਾਬਕ ਨਹੀਂ ਹਨ ਜੀ। ਸੋ ਉਸ ਤੋਂ ਬਾਅਦ ਅਲਾਸਕਾ ਦੇ ਵਿੱਚ ਲੋਕ ਰਹਿੰਦੇ, ਫਿਰ ਅਫਰੀਕਨ ਅਮਰੀਕਨ ਜੋ ਨੇ, ਯਾਨੀ ਉਹਨਾਂ ਵਿੱਚ, ਏਸ਼ੀਅਨਸ ਵਿੱਚ, ਅਫਰੀਕਨਸ ਵਿੱਚ, ਇਹਨਾਂ 'ਚ ਵੱਧ ਜੇ। ਯਾਨੀ ਅਮਰੀਕਾ 'ਚ ਰਹਿੰਦਿਆਂ ਵੀ ਵੱਖੋ ਵੱਖਰੀਆਂ ਪ੍ਰਜਾਤੀਆਂ ਦੇ ਜਿਹੜੇ ਲੋਕ ਉੱਥੇ ਰਹਿੰਦੇ ਨੇ, ਉਹਨਾਂ ਵਿੱਚੋਂ ਵੀ ਅੱਗੋਂ ਭਾਰਤੀ ਸਭ ਤੋਂ ਵੱਧ ਛੇਤੀ ਇਹ ਬਿਮਾਰੀ ਸਹੇੜ ਰਹੇ ਨੇ। ਫਿਰ ਜੇ ਆਪਾਂ ਹੱਦੋਂ ਵੱਧ ਜੋ ਸ਼ਰਾਬ ਪੀਂਦੇ ਹੋਣ ਉਹਨਾਂ ਦਾ, ਜਾਂ ਫਿਰ ਇੱਕ ਹੁੰਦਾ ਜਿਹੜਾ ਸ਼ਰਾਬ ਨਹੀਂ ਪੀਂਦੇ ਪਰ ਫਿਰ ਵੀ ਉਸ ਤਰੀਕੇ ਦਾ ਫੈਟੀ ਲਿਵਰ ਹੋ ਜਾਂਦਾ ਉਹਨਾਂ ਨੂੰ, ਜਿਨ੍ਹਾਂ ਨੂੰ, ਉਹਨਾਂ ਵਿੱਚ ਵੀ ਇਹ ਖਤਰਾ ਵੱਧ ਜੇ। ਤੁਸੀਂ ਆਮ ਦੇਖਿਆ ਹੋਏਗਾ ਕਿ ਅਸੀਂ ਲੋੜੋਂ ਵੱਧ ਜਮਾ ਕਰ ਕਰਕੇ, ਭਾਵੇਂ ਉਹ ਥਿੰਦੇ ਸਦਕਾ ਜਾਂ ਸ਼ੂਗਰ ਜ਼ਿਆਦਾ, ਇਹਦਾ ਮਾੜਾ ਜੋ ਸੀ ਬਹੁਤ ਸ਼ੌਕੀਨ ਆ ਮਿੱਠੇ ਦੇ, ਤੇ ਫਿਰ ਬੈਠ ਕੇ ਕੰਮ ਕਰਨ ਦੇ, ਮੋਟਾਪਾ ਵੀ ਅਸੀਂ ਸਹੇੜ ਲਿਆ।
ਸੋ ਉਹ ਜਿਹੜਾ ਹੈ ਬਿਨਾਂ ਸ਼ਰਾਬ ਦੇ ਵੀ ਜੋ ਸਾਡਾ ਫੈਟੀ ਲਿਵਰ ਬਣ ਰਿਹਾ ਉਹ ਵੀ ਇੱਕ ਕਾਰਨ ਬਣਦਾ ਜਾ ਰਿਹਾ। ਜੀ ਉਸ ਤੋਂ ਬਾਅਦ ਇੱਕ ਆਟੋ ਇਮਿਊਨ ਯਾਨੀ ਜੋ ਸਾਡੇ ਹੁਣ ਹੱਥ ਵਾਸੀ ਨਹੀਂ, ਜਿਸ ਸਦਕਾ ਆਟੋ ਇਮਿਊਨ ਬਿਮਾਰੀ ਹੁੰਦੀ ਹੈ ਜਿਸ ਚ ਪ੍ਰਾਇਮਰੀ ਬਿਲੀਅਰੀ ਸਿਰੋਸਿਸ ਅਸੀਂ ਕਹਿੰਦੇ ਹਾਂ, ਉਹ ਵੀ ਜ਼ਿਆਦਾ ਖਤਰਾ ਅੱਗੋਂ ਪੈਦਾ ਕਰ ਦਿੰਦੀ ਹੈ। ਫਿਰ ਬੜੇ ਤਰ੍ਹਾਂ ਦੇ ਜਮਾਂਦਰੂ ਰੋਗ ਨੇ ਠੀਕ ਹੈ। ਜਿਸ ਵਿੱਚ ਸਾਡੀ ਖੁਰਾਕ ਚੋਂ ਲੋੜੋਂ ਵੱਧ ਲੋਹ ਕਣ ਜਮਾ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹ ਵੀ ਇੱਕ ਬੜਾ ਮੇਜਰ ਰੀਜ਼ਨ ਹੈ। ਸਿਗਰਟ ਇੱਕ ਅੱਤ ਦੀ ਨੁਕਸਾਨ ਦੇ ਨਾ ਸਿਰਫ ਪੀਣ ਵਾਲਿਆਂ ਨੂੰ, ਜਿਹੜੇ ਨਹੀਂ ਪੀਂਦੇ ਨਾਲ ਬੈਠੇ ਲੰਘਾਈ ਜਾਂਦੇ ਨੇ, ਉਹਨਾਂ ਵਿੱਚ ਵੀ ਖਤਰਾ ਬਹੁਤ ਜ਼ਿਆਦਾ ਜੇ। ਜੀ ਸੋ ਯਾਨੀ ਮੋਟੀ ਚੀਜ਼ ਕਿ ਤੁਸੀਂ ਮੋਟਾਪਾ, ਇੱਕ ਸ਼ਰਾਬ, ਇੱਕ ਸਿਗਰਟ, ਜੀ ਫਿਰ ਉਹਦੇ ਨਾਲੋਂ ਨਾਲ ਇੱਕ ਟਾਈਪ 2 ਡਾਇਬਟੀਜ਼, ਅੱਛਾ ਯਾਨੀ ਉਹ ਸ਼ੱਕਰ ਰੋਗੀ ਜਿਨ੍ਹਾਂ ਦੇ ਤੁਸੀਂ ਮੋਟਾਪੇ ਨਾਲ ਫੈਮਿਲੀ ਦੇ ਵਿੱਚ ਪਹਿਲਾਂ ਵੀ ਸੀ, ਨਾਲ ਸਟ੍ਰੈਸ ਵੀ ਤੁਸੀਂ ਜੋੜ ਲਿਆ ਤੇ ਉੱਪਰੋਂ ਸ਼ਰਾਬ ਵੀ ਪੀਣੀ ਸ਼ੁਰੂ ਕਰਤੀ ਤੇ ਨਾਲ ਜੀ ਕਿਤੇ ਕ੍ਰੋਨਿਕ ਹੈਪੇਟਾਈਟਸ ਵੀ ਹੈ, ਫਿਰ ਤੇ ਰੱਬ ਵੀ ਮਿਹਰ ਕਰ ਸਕਦਾ। ਬਿਲਕੁਲ ਇਸੇ ਤਰ੍ਹਾਂ ਕੋਈ ਹੋਰ ਕਈ ਤਰ੍ਹਾਂ ਦੇ ਜਮਾਂਦਰੂ ਰੋਗ ਨੇ ਜਿਸ ਚ ਗਲਾਈਕੋਜਨ ਸਟੋਰੇਜ ਦੀ ਬਿਮਾਰੀ ਜਾਂ ਪੋਰਫਾਇਰੀਆ, ਇਹੋ ਜਿਹੀ ਕਾਫੀ। ਪਰ ਇੱਕ ਅਹਿਮ ਚੀਜ਼ ਦੱਸਾਂ, ਐਫਲਾਟੌਕਸਿਨ ਇੱਕ ਉੱਲੀ ਜੇ ਅੱਛਾ ਜਿਹੜੀ ਸਿੱਲੀ ਕਣਕ ਦੇ ਵਿੱਚ, ਜਿਸ ਕਾਰਨ ਦੇਖੋ ਜਦੋਂ ਅਸੀਂ ਕਹਿੰਦੇ ਆ ਕਿ ਸਿੱਲੀ ਸੀ ਕਣਕ ਰੱਖ ਲਈ, ਜੀ ਜੀ ਇਹ ਲੰਬੇ ਸਮੇਂ ਤੱਕ ਅੰਦਰੋਂ ਨਿਕਲਦੀ ਨਹੀਂ। ਸੋ ਇਹ ਲਾਲਚ ਨਾ ਕਰੀਏ, ਜੇ ਚੌਲ ਸਿੱਲੇ ਜਾਂ ਕਣਕ ਸਿੱਲੀ ਜਾਂ ਮੱਕੀ ਸਿੱਲੀ ਹੈ, ਸੋਇਆਬੀਨ, ਮੂੰਗਫਲੀ, ਇਹਨਾਂ ਵਿੱਚ ਹੱਲਾ ਬੋਲਦੀ ਜੇ ਤੇ ਜਿਹੜੀ ਤੁਹਾਨੂੰ ਸਲੋ ਪੋਇਜ਼ਨ ਵਾਂਗ ਅੰਦਰ ਰਹਿ ਜਾਂਦੀ ਹੈ ਤੇ ਇਹ ਨਹੀਂ ਜੇ ਛੱਡਦੀ। ਸੋ ਬਹੁਤ ਕੇਅਰਫੁਲ, ਤੇ ਜਿਵੇਂ ਅਸੀਂ ਟੀਕੇ ਲਾ ਲਾ ਕੇ ਆਪਣੇ ਸਬਜ਼ੀਆਂ ਨੂੰ ਇਹ ਜੋ ਕੁਝ ਨੁਕਸਾਨ ਕਰਦੇ ਆ, ਉਸੇ ਤਰ੍ਹਾਂ ਇਹ ਜਿਹੜੀਆਂ ਸਿੱਲੀਆਂ ਹੋ ਜਾਣ ਉਹਦੇ ਬਾਵਜੂਦ ਉਹਦਾ ਆਟਾ ਵੀ ਬਣਾ ਕੇ ਸਭ ਕੁਝ ਕਰਕੇ ਜੋ ਵਰਤਿਆ ਜਾ ਰਿਹਾ ਹੈ ਕਿ ਸਬ ਸਟੈਂਡਰਡ ਚੀਜ਼ਾਂ, ਇਹ ਬੜਾ ਇੱਕ ਮੇਜਰ ਰੀਜ਼ਨ ਕੈਂਸਰ ਦਾ ਬਣਦਾ ਜਾ ਰਿਹਾ। ਜੀ ਫਿਰ ਪਲਾਸਟਿਕਸ, ਇਹ ਹੁਣ ਸਾਬਤ ਹੋ ਗਏ ਨੇ ਤੇ ਵਿਸ਼ਵ ਪੱਧਰ ਤੇ ਪਲਾਸਟਿਕ ਬਣਾਉਣ ਵਾਲਾ ਜੋ ਵਿਨਾਈਲ ਕਲੋਰਾਈਡ ਜਿਹਦੇ ਨਾਲ ਬਣ ਰਿਹਾ ਸੀ, ਉਹਦੇ ਨਾਲ ਇੰਨਾ ਕੁ ਸੀਰੀਅਸ ਕੈਂਸਰ ਹੈ ਜਿਸ ਤੋਂ ਬਚਾਅ ਹੈ ਹੀ ਨਹੀਂ। ਜੀ ਸੋ ਵਿਸ਼ਵ ਪੱਧਰ ਤੇ ਤਾਂ ਇਹ ਬੰਦ ਕਰ ਦਿੱਤਾ ਗਿਆ ਇਹ ਵਿਨਾਈਲ ਕਲੋਰਾਈਡ ਜਿੱਥੋਂ ਇਹ ਬਣ ਰਿਹਾ, ਪਰ ਅਫਸੋਸ ਕਿ ਸਾਡੇ ਭਾਰਤ ਵਿੱਚ ਅਸੀਂ ਬੰਦ ਨਹੀਂ ਕੀਤਾ। ਇਸੇ ਲਈ ਹੱਥ ਜੋੜ ਕੇ ਬੇਨਤੀ ਹੈ, ਪਲਾਸਟਿਕ ਦੀਆਂ ਬੋਤਲਾਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਉਹਦੇ ਚ ਕੀ ਕੁਛ ਹੈ, ਪਾਣੀ ਨਾ ਸਟੋਰ ਕੀਤਾ ਜਾਵੇ। ਤੁਸੀਂ ਕਿਤੇ ਜਾਣਾ ਜੇ ਆਣਾ ਜੇ ਕਾਰ ਵਿੱਚ ਨਾ ਰੱਖੋ, ਇਹਨੇ ਕਰਨਾ ਹੀ ਕਰਨਾ ਸਲੋ ਪੋਇਜ਼ਨ ਵਾਂਗ। ਸੋ ਤੁਸੀਂ ਕੋਸ਼ਿਸ਼ ਕਰੋ ਸ਼ੀਸ਼ੇ ਦੀ ਬੋਤਲ ਜਾਂ ਸਟੀਲ ਦੀ ਬੋਤਲ ਚ ਪਾਣੀ ਰੱਖੋ, ਬੱਚਿਆਂ ਨੂੰ ਵੀ ਨਾ ਦਿਓ ਪਲਾਸਟਿਕਸ। ਹੁਣ ਇੱਕ ਐਕਸਰੇ ਲਈ ਜਦੋਂ ਕੀਤਾ ਜਾਂਦਾ, ਇੱਕ ਦਵਾਈ ਪਾਈ ਜਾਂਦੀ ਹੈ ਖਿੱਚਣ ਲਈ, ਥੋਰੀਅਮ ਡਾਈਆਕਸਾਈਡ। ਅੱਛਾ ਇਹ ਹੁਣ ਦੇਖੋ ਮਰੀਜ਼ ਨੂੰ ਤਾਂ ਪਤਾ ਹੀ ਨਹੀਂ ਕਿ ਮੇਰੀ ਬਿਮਾਰੀ ਲੱਭਣ ਲਈ ਮੈਨੂੰ ਦਵਾਈ ਪਿਆਈ, ਐਕਸਰੇ ਕੀਤਾ, ਪਰ ਇਹ ਟੀਕਾ ਵੀ ਵਿਸ਼ਵ ਪੱਧਰ ਤੇ ਹੁਣ ਇਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਇਸ ਨਾਲ ਵੀ ਜਿਗਰ ਦਾ ਕੈਂਸਰ ਬਹੁਤ ਭਾਰੀ ਮਾਤਰਾ ਵਿੱਚ ਵਧਿਆ ਸੀ। ਜੀ ਜੀ ਹੁਣ ਇੱਕ ਅਹਿਮ ਚੀਜ਼, ਸਾਡੇ ਬਹੁਤ ਸਾਰੇ ਨੌਜਵਾਨ ਬੱਚੇ ਜੋ ਐਨਾਬੋਲਿਕ ਸਟੀਰੋਇਡ ਲਾਉਂਦੇ ਨੇ ਕਿ ਅਸੀਂ ਐਕਸਰਸਾਈਜ਼ ਕਰਨੀ ਹੈ, ਪੱਠੇ ਵਧਾਣੇ ਨੇ, ਤੇ ਉਹਨਾਂ ਵਿੱਚ ਜਿਗਰ ਦਾ ਕੈਂਸਰ। ਹਰਸ਼ਰਨ, ਜੇ ਕੋਈ ਮਾਂ ਜਾਂ ਪਿਓ ਰੱਤੀ ਮਾਸਾ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੋਏ ਜਾਂ ਨੌਜਵਾਨ ਬੱਚੇ ਜੇ ਸਮਝ ਲੈਣ ਤਾਂ ਇਹ ਵਕਤੀ ਤੁਸੀਂ ਆਪਣੇ ਸਰੀਰਕ ਦਿੱਖ ਵਾਸਤੇ ਜੋ ਐਨਾਬੋਲਿਕ ਸਟੀਰੋਇਡਸ ਲਾ ਰਹੇ ਹੋ, ਤੁਸੀਂ ਬਹੁਤ ਮਾੜੀ ਮੌਤ ਨੂੰ ਉਡੀਕ ਰਹੇ ਹੋ। 20 ਸਾਲਾਂ ਬਾਅਦ ਇਹ ਤੁਹਾਨੂੰ ਬੜਾ ਮਾੜਾ ਕੈਂਸਰ ਦੇ ਸਕਦਾ ਜੇ, ਜਾਂ ਉਸ ਤੋਂ ਵੀ ਪਹਿਲਾਂ ਦੇ ਸਕਦਾ ਜੇ ਤੁਸੀਂ ਹੋਰ ਵੀ ਕੋਈ ਚੀਜ਼ਾਂ ਨਾਲ ਐਡ ਆਨ ਕਰ ਰਹੇ ਹੋ। ਸੋ ਇਹਨਾਂ ਤੋਂ ਬਹੁਤ ਜ਼ਿਆਦਾ ਪਰਹੇਜ਼ ਕਰਨ ਦੀ ਲੋੜ ਹੈ, ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਕਿ ਇਹ ਸਾਨੂੰ ਮੌਤ ਦੇ ਮੂੰਹ ਵੱਲ ਲਿਜਾ ਸਕਦੇ ਨੇ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਤੇ ਮੈਨੂੰ ਲੱਗਦਾ ਫਟਾਫਟ ਜੇ ਆਪਾਂ ਲੱਛਣ ਦੱਸ ਦਈਏ ਤਾਂ ਬਾਕੀ ਫਿਰ ਆਪਾਂ ਬਚਣ ਦੇ ਤਰੀਕੇ ਦੀ ਜਿਹੜੀ ਖੁਰਾਕ ਤੇ ਜਿਨ੍ਹਾਂ ਨੂੰ ਹੋ ਚੁੱਕਿਆ ਲੰਬੀ ਜ਼ਿੰਦਗੀ ਲਈ ਖੁਰਾਕ ਕੀ ਲੈਣ, ਉਹ ਆਪਾਂ ਅਗਲੀ ਵਾਰ ਦੱਸਦੇ ਹਾਂ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਲੱਛਣ ਆਪਾਂ ਜ਼ਰੂਰ ਦੱਸ ਦਈਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ। ਕਈ ਵਾਰੀ ਬਹੁਤ ਹੁੰਦਾ ਕਿ ਬਿਮਾਰੀ ਬਿਲਕੁਲ ਐਂਡ ਤੇ ਜਾ ਕੇ ਪਤਾ ਲੱਗਦੀ ਹੈ, ਅਸੀਂ ਇੰਨਾ ਇਗਨੋਰ ਕਰਦੇ ਰਹਿੰਦੇ ਹਾਂ ਵੀ ਕੁਛ ਨਹੀਂ ਹੁੰਦਾ, ਐਵੇਂ ਹੈ। ਬਿਲਕੁਲ, ਦੇਖੋ ਲੱਛਣ ਜੋ ਬਿਲਕੁਲ ਸ਼ੁਰੂਆਤੀ ਸਮੇਂ ਆਉਂਦੇ ਹੀ ਨਹੀਂ, ਅਫਸੋਸ ਹੀ ਹੈ ਕਿ ਉਸ ਸਮੇਂ ਕੁਝ ਹੁੰਦਾ ਹੀ ਨਹੀਂ, ਪਰ ਫਿਰ ਵੀ ਹਲਕੀ ਪੀੜ ਐਵੇਂ ਜਿਹੀ ਹੁੰਦੀ ਰਵੇ ਜੇ ਪਲੀਜ਼ ਪੇਟ ਦੀ ਦਰਦ ਖਾਸ ਤੌਰ ਤੇ ਉੱਪਰਲੇ ਹਿੱਸੇ ਦੀ ਜੇ ਹੈ ਹਲਕੀ ਮਾਸੀ ਵੀ, ਉਹਨੂੰ ਅਣਗਹਿਲੀ ਨਾ ਕਰੋ, ਉਹਨੂੰ ਜ਼ਰੂਰ ਛੇਤੀ ਚੈੱਕਅਪ ਕਰਵਾ ਲਵੋ ਕੀ ਹੈ ਉਹਦਾ। ਜੇ ਕੋਈ ਟੈਸਟ ਦੀ ਲੋੜ ਹੈ, ਇੱਕ ਸਿੰਪਲ ਜਿਹਾ ਅਲਟਰਾਸਾਊਂਡ ਹੀ ਉਹ ਤੁਹਾਨੂੰ ਸ਼ਾਇਦ ਜ਼ਿੰਦਗੀ ਦੇ ਸਕਦਾ। ਸੋ ਉਦੋਂ
ਕਿਰਪਾ ਕਰਕੇ ਇਹ ਕਹਿਣਾ ਕਿ ਨਹੀਂ ਜੀ ਫਾਲਤੂ ਦੇ ਟੈਸਟ ਹੈ, ਇਸ ਤਰ੍ਹਾਂ ਦੀ ਚੀਜ਼ ਵੱਲ ਥੋੜਾ ਜਿਹੀ ਦੇਰ ਆਪਾਂ ਛੱਡ ਦਈਏ ਖਿਆਲ ਤੇ ਆਪਣੇ ਸਰੀਰ ਵਾਸਤੇ ਕਰਵਾ ਲਈਏ, ਬਹੁਤ ਵਧੀਆ। ਜੀ ਜੀ ਤੇ ਕੋਈ ਸਰੀਰ ਉੱਤੇ ਖੁਰਕ ਹੁੰਦੀ ਰਹਿਣੀ, ਹਲਕਾ ਪੀਲੀਆ ਤੁਹਾਨੂੰ ਦਿਸਣ ਲੱਗ ਜਾਵੇ, ਹਾਂਜੀ ਤਿਰਕੀ ਪੇਟ ਵਿੱਚ ਵਧਣ ਲੱਗ ਜਾਵੇ, ਜਾਂ ਕਦੇ ਉਲਟੀ 'ਚ ਹਲਕਾ ਜਿਹਾ ਵੀ ਲਹੂ ਆ ਗਿਆ, ਜੀ ਭਾਰ ਤੁਹਾਡਾ ਘਟਣਾ ਸ਼ੁਰੂ ਹੋ ਜਾਏ, ਜਾਂ ਢਿੱਡ ਅੰਦਰ ਪਾਣੀ ਭਰਨਾ ਹੋ ਜਾਏ, ਜਾਂ ਢਿੱਡ ਦੇ ਉੱਪਰਲੇ ਹਿੱਸੇ ਤੇ ਸੋਜ਼ਿਸ਼ ਹਲਕੀ ਜਿਹੀ ਦਿਸੇ। ਫਿਰ ਇੱਕ ਹੱਥ ਤੁਹਾਡਾ ਪੂਰੀ ਤਰ੍ਹਾਂ ਜਿਵੇਂ ਸਟ੍ਰੇਟ ਖੋਲ ਕੇ ਦੇਖੋ ਕਿ ਹੱਥ ਵਿੱਚ ਤੁਹਾਡਾ ਪੂਰਾ ਖੁੱਲ ਰਿਹਾ, ਉਂਗਲਾਂ ਤੇ ਅੰਗੂਠਾ ਸਾਰੇ ਕਿਤੇ ਇਹ ਤਾਂ ਨਹੀਂ ਥੋੜਾ ਜਿਹਾ ਕੜਾਅ 'ਚ ਆ ਰਿਹਾ। ਜੀ ਫਿਰ ਧੁੰਨੀ ਦੇ ਦੁਆਲੇ ਜੇ ਨਸਾਂ ਤੁਹਾਨੂੰ ਦਿਸਣ ਲੱਗ ਪਈਆਂ, ਪੈਰਾਂ ਦਾ ਸੋਜਾ ਹੋ ਗਿਆ, ਹੱਥਾਂ ਦਾ ਕੰਬਣਾ ਹੈ, ਭੁੱਖ ਘਟ ਗਈ ਜਾਂ ਥੋੜਾ ਜਿਹਾ ਖਾਣ ਬਾਅਦ ਅਫਾਰਾ ਤੁਹਾਨੂੰ ਮਹਿਸੂਸ ਹੋਣਾ, ਦਿਲ ਕੱਚਾ ਹੋਣ ਲੱਗ ਜਾਣਾ, ਉਲਟੀਆਂ ਆਣੀਆਂ। ਜੀ ਫਿਰ ਕੁਝ ਹਾਰਮੋਨਾਂ ਦਾ ਵੱਧ ਜਾਂਦਾ, ਜਿਸ ਕਾਰਨ ਸਰੀਰ ਅੰਦਰ ਤੁਹਾਡਾ ਕੈਲਸ਼ੀਅਮ ਤੇ ਸ਼ੱਕਰ ਦੀ ਮਾਤਰਾ ਘਟ ਸਕਦੀ ਹੈ, ਸੋ ਉਹ ਦਿਲ ਕੱਚਾ, ਕਬਜ਼, ਕੁਝ ਸਮਝ ਨਾ ਆਉਣਾ, ਕਨਫਿਊਜ਼ਨ ਜਾਂ ਕਮਜ਼ੋਰੀ, ਪੱਠਿਆਂ ਦੀ ਖਿੱਚ, ਬੇਹੋਸ਼ੀ ਵਗੈਰਾ। ਹਾਂਜੀ ਫਿਰ ਮਰਦਾਂ ਵਿੱਚ ਖਾਸ ਤੌਰ ਤੇ ਜੇ ਛਾਤੀ ਦਾ ਵਧਣਾ ਜਾਂ ਟੈਸਟਿਸ ਦਾ ਸੁੰਗੜ ਜਾਣਾ। ਫਿਰ ਕਈ ਵਾਰ ਤੁਹਾਡਾ ਚਿਹਰਾ ਬਹੁਤ ਲਾਲ ਜਿਹਾ ਦਿਸਣ ਲੱਗ ਜਾਣਾ, ਉਹ ਸਰੀਰ ਅੰਦਰਲੇ ਲਾਲ ਸੈੱਲ ਵੱਧ ਜਾਂਦੇ ਨੇ। ਜਾਂ ਹਾਂਜੀ ਕੋਲੈਸਟਰੋਲ ਦਾ ਵਾਧਾ, ਜਿਹਨੂੰ ਅਸੀਂ ਆਮ ਹੀ ਗਣ ਕੇ ਛੱਡ ਦਿੰਦੇ ਹਾਂ, ਛੱਡ ਪਰਾਂ ਕੋਈ ਨਾ, ਉਹ ਮੇ ਬੀ ਦੀ ਫਰਸਟ ਸਾਈਨ ਤੁਹਾਨੂੰ ਦੱਸ ਰਿਹਾ ਵੀ ਕੁਝ ਹੋ ਰਹੀ ਹੈ ਗੜਬੜ, ਇਮੀਡੀਏਟਲੀ ਚੈੱਕ ਕਰਾ ਲਓ। ਅੱਛਾ ਸੋ ਇਹ ਕਾਰਨ ਜੇ ਕਿ ਜੇ ਪਹਿਲੀ ਸਟੇਜ ਤੇ ਜਾਂ ਜਿਨ੍ਹਾਂ ਨੂੰ ਸਿਰੋਸਿਸ ਹੈ ਉਹਨਾਂ ਜੀ ਨੂੰ ਜ਼ਰੂਰ ਇੱਕ ਹੋਰ ਜੇ ਅਲਫਾ ਫੀਟੋਪ੍ਰੋਟੀਨ ਟੈਸਟ, ਜੀ ਜੋ ਜਿਸ ਨੂੰ ਸਿਰੋਸਿਸ ਹੋ ਗਿਆ ਜਾਂ ਜਿਸ ਨੂੰ ਤੁਹਾਨੂੰ ਪਤਾ ਵੀ ਮੈਂ ਸਿੱਲੀਆਂ ਕਣਕਾਂ ਜਾਂ ਖਾਂਦਾ ਰਿਹਾ, ਜਾਂ ਮੈਂ ਸ਼ਰਾਬ ਪੀਣਾ, ਜਾਂ ਮੈਂ ਸਿਗਰਟ ਲੈਣਾ, ਜਾਂ ਜੋ ਵੀ ਆਪਾਂ ਪਹਿਲਾਂ ਦੱਸੇ ਸੀ ਲੱਛਣ, ਉਹ ਯਾਨੀ ਜੋ ਜਿਨ੍ਹਾਂ ਕਾਰਨ ਖਤਰਾ ਹੋ ਸਕਦਾ, ਉਹਨਾਂ ਨੂੰ ਅਲਫਾ ਫੀਟੋਪ੍ਰੋਟੀਨ ਹਰ 6 ਮਹੀਨੇ ਬਾਅਦ, ਖਾਸ ਤੌਰ ਤੇ ਸਿਰੋਸਿਸ ਜੇ ਹੋ ਗਿਆ, ਜ਼ਰੂਰ ਕਰਾ ਲੈਣਾ ਚਾਹੀਦਾ। ਠੀਕ ਹੈ ਇਹ ਤੁਹਾਨੂੰ ਇੱਕ ਅਰਲੀ ਦੱਸ ਸਕਦੀ ਜੇ ਕਿ ਹਾਂ ਜੀ ਇਹ ਬਿਮਾਰੀ ਹੋਣ ਵੱਲ ਨੂੰ ਜਾ ਰਿਹਾ ਕੰਮ। ਪਰ ਜੀ ਉਹਦੇ ਵਿੱਚ ਵੀ ਕੁਝ ਕੁ ਫੀਸਦੀ ਵਿੱਚ ਕਿਸੇ ਹੋਰ ਬਿਮਾਰੀ 'ਚ ਵੀ ਇਹ ਵੱਧ ਸਕਦੀ ਹੈ। ਜੀ ਤੇ ਜੀ ਕਈ ਵਾਰ ਸ਼ੁਰੂਆਤੀ ਦੌਰ ਦੇ ਕੈਂਸਰ ਵਿੱਚ ਨਾਰਮਲ ਵੀ ਆ ਜਾਂਦੀ ਹੈ। ਹਾਲਾਂਕਿ ਇਹ ਸਾਡੇ ਲਈ ਬਹੁਤ ਅਹਿਮ, ਜੇ ਇਹਦੇ 'ਚ ਜੇ ਪੋਜ਼ਿਟਿਵ ਆ ਗਈ ਤਾਂ ਇਮੀਡੀਏਟਲੀ ਬਚਾਓ ਦੀ ਲੋੜ ਆ, ਉਸੇ ਵੇਲੇ ਬਚਾ ਕਰ ਸਕਦੇ ਹਾਂ। ਠੀਕ ਹੈ। ਤੇ ਇਹ ਡਾਕਟਰ ਸਾਹਿਬ ਇਦਾਂ ਤਾਂ ਨਹੀਂ ਕੋਈ ਮਤਲਬ ਚਾਂਸ ਹੁੰਦਾ ਕਿ ਕਈ ਵਾਰੀ ਕਿਸੇ ਦਾ ਪਤਾ ਹੀ ਨਹੀਂ ਲੱਗਦਾ, ਸਰੀਰ ਦੇ ਵਿੱਚ ਕੋਈ ਲੱਛਣ ਹੀ ਨਹੀਂ ਆਉਂਦਾ, ਐਂਡ ਸਟੇਜ ਤੇ ਜਾ ਕੇ ਪਤਾ ਲੱਗਦਾ ਹੈ। ਬੰਦੇ ਅਲਰਟ ਵੀ ਬਹੁਤ ਹੁੰਦੇ ਨੇ ਆਪਣੀ ਸਿਹਤ ਨੂੰ ਲੈ ਕੇ, ਪਰ ਪਤਾ ਹੀ ਨਹੀਂ ਲੱਗਦਾ ਵੀ ਬਿਮਾਰੀ ਲੱਗੀ ਪਈ ਹੈ। ਹਾਂਜੀ, ਉਹ ਮੈਂ ਇਸੇ ਲਈ ਦੱਸਿਆ ਕਿ ਇਹ ਲੱਛਣ ਕਈ ਵਾਰ ਦੂਜੀ ਜਾਂ ਤੀਜੀ ਜਾਂ ਲਾਸਟ ਸਟੇਜ ਤੇ ਹੀ ਦਿਸਦੇ ਨੇ। ਇਸੇ ਲਈ ਦੱਸਣ ਦੀ ਕੋਸ਼ਿਸ਼ ਕੀਤੀ ਸੀ ਸ਼ੁਰੂ ਦੇ ਸਮੇਂ ਕਿ ਕਿਹਨਾਂ ਨੂੰ ਨੇ ਇਹ, ਜਿਨ੍ਹਾਂ ਨੂੰ ਇਹ ਚੀਜ਼ਾਂ ਹੋ ਸਕਦੀਆਂ ਨੇ। ਇਹੀ ਦੱਸਿਆ ਵੀ ਜੇ ਤੁਹਾਨੂੰ ਪਤਾ ਹੈ ਤੁਸੀਂ ਪਲਾਸਟਿਕ ਬੋਟਲਸ ਵਰਤ ਰਹੇ ਹੋ, ਭਾਈ ਤੁਸੀਂ ਐਟ ਰਿਸਕ ਹੋ, ਸਿਗਰਟ ਜੀ ਪੀ ਰਹੇ ਹੋ, ਸ਼ੱਕਰ ਤੁਹਾਨੂੰ ਟਾਈਪ 2 ਡਾਇਬਟੀਜ਼ ਹੈ, ਨਾਲ ਕ੍ਰੋਨਿਕ ਹੈਪੇਟਾਈਟਸ ਹੈ, ਤੁਸੀਂ ਸ਼ਰਾਬ ਵੀ ਲੈ ਰਹੇ ਹੋ, ਜਾਂ ਤੁਹਾਨੂੰ ਜਮਾਂਦਰੂ ਰੋਗ ਨੇ, ਜਾਂ ਕੋਈ ਆਟੋਇਮਿਊਨ ਬਿਮਾਰੀ ਹੈ, ਇਹ ਸਾਰੀਆਂ ਇਸੇ ਲਈ ਚੀਜ਼ਾਂ ਦੱਸੀਆਂ ਸੀ। ਉਹਨਾਂ ਨੂੰ ਇਹ ਖਤਰਾ ਹੈ, ਉਹ ਜੀ ਪਹਿਲਾਂ ਹੀ ਟੈਸਟ ਕਰਾ ਸਕਦੇ ਨੇ ਤਾਂ ਕਿ ਇਹਨਾਂ ਤੋਂ ਬਚ ਸਕਣ। ਹੂੰ ਕਿਉਂਕਿ ਇਹਦੇ ਚ ਜੇ ਦੇਖੋ ਹੈਪੇਟਾਈਟਸ ਬੀ ਸੀ ਦਾ ਮਤਲਬ ਇੱਕ ਸਿੰਪਲ ਚੀਜ਼ ਕਿ ਹੈਪੇਟਾਈਟਸ ਬੀ ਦਾ ਟੀਕਾ ਲਵਾਓ, ਬਚ ਜਾਓਗੇ, ਬਹੁਤ ਜੀ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੋਏਗਾ। ਠੀਕ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਨਸ਼ੇ ਦੀਆਂ ਸੂਈਆਂ ਨਾ ਵਰਤੀਏ, ਨਸ਼ਾ ਹੀ ਕਿਉਂ ਕਰਨਾ ਜੇ, ਫਿਰ ਉਸੇ ਤਰ੍ਹਾਂ ਸਰੀਰਕ ਸੰਬੰਧ ਵੇਲੇ ਅਸੀਂ ਜੇ ਯੋਗ ਪਰਹੇਜ਼ ਪੂਰੇ ਕਰ ਸਕੀਏ, ਬਹੁਤ 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 ਸਾਰੀਆਂ ਬਿਮਾਰੀਆਂ ਤੋਂ ਬਚ ਸਕਾਂਗੇ। ਠੀਕ ਹੈ ਲਹੂ ਚੜਵਾ ਰਹੇ ਹੋ, ਜ਼ਰੂਰ ਟੈਸਟ ਕਰਵਾਇਆ ਲਓ, ਦੂਸਰਾ ਨਾ ਲਓ। ਪਿੰਡਾਂ ਵਿੱਚੋਂ ਬੇਲੋੜੇ ਟੀਕੇ ਨਾ ਲਵਾਓ, ਡਿਸਪੋਜ਼ੇਬਲ ਸਿਰਿੰਜ ਨੀਡਲਸ ਆਪਣੀਆਂ ਲੈ ਕੇ ਜਾਓ। ਜੀ ਭਾਰ ਕਾਬੂ ਵਿੱਚ ਰੱਖੀਏ, ਰੈਗੂਲਰ ਐਕਸਰਸਾਈਜ਼ ਕਰਦੇ ਰਹੀਏ, ਸਟ੍ਰੈਸ ਫ੍ਰੀ ਰਹੀਏ। ਸ਼ਰਾਬ ਸਿਗਰਟ ਮੈਂ ਬਿਲਕੁਲ ਕਦੇ ਵੀ ਪ੍ਰਮੋਟ ਨਹੀਂ ਕਰ ਰਹੀ, ਇਹ ਜੇ ਖਾਸ ਤੌਰ ਤੇ ਤੁਹਾਨੂੰ ਬਾਕੀ ਰਿਸਕ ਫੈਕਟਰਸ ਨੇ ਤੇ ਇਹ ਤੁਹਾਨੂੰ ਨਿਵਾਣ ਵੱਲ ਲੈ ਕੇ ਜਾਏਗੀ। ਸੋ ਉੱਲੀ ਲੱਗੀ ਚੀਜ਼ ਰੱਬ ਦਾ ਵਾਸਤਾ ਜੇ ਸੁੱਟ ਦਿਓ, ਰੱਖਣੀ ਜੀ ਨਹੀਂ। ਇਹ ਨਹੀਂ ਕਿ ਇਹਨੂੰ ਉਬਾਲ ਲੈਂਦੇ ਆ, ਮਾੜਾ ਜਿਹਾ ਹਿੱਸਾ ਕੱਢ ਕੇ ਬਾਕੀ ਲੈ ਲੈਂਦੇ ਆ, ਨਾ ਕਰਿਓ ਇਸ ਤਰ੍ਹਾਂ। ਜੀ ਮਾੜਾ ਜੀ ਜਿਹਾ ਵੀ ਸ਼ੱਕ ਵੀ ਹੈ, ਸੁੱਟ ਦਿਓ ਸਬਜ਼ੀ, ਕੋਈ ਗੱਲ ਨਹੀਂ, ਹੋਰ ਬਣ ਜਾਏਗੀ। ਠੀਕ ਹੈ ਜਾਨ ਨਾਲੋਂ ਕੀਮਤੀ ਕੁਝ ਵੀ ਨਹੀਂ ਹੈ। ਪਰ ਬਿਲਕੁਲ ਵਾਧੂ ਲੋਹ ਕਣ ਜੇ ਸਰੀਰ 'ਚ ਹਨ, ਓੜ ਪੋੜ ਨਾ ਕਰੋ, ਉਹਨੂੰ ਕਿਸੇ ਚੰਗੇ ਡਾਕਟਰ ਕੋਲ ਜ਼ਰੂਰ ਲੈ ਕੇ ਜਾਓ। ਮੈਂ ਤਾਂ ਇੰਨਾ ਹੀ ਕਹਿ ਸਕਦੀ ਹਾਂ, ਬੇਨਤੀ ਕਰ ਸਕਦੀ ਹਾਂ ਵੀ ਜੇ ਇਹਨਾਂ ਸਾਰੀਆਂ 'ਚੋਂ ਕੁਝ ਵੀ ਤੁਹਾਨੂੰ ਦਿਸ ਰਿਹਾ, ਆਪਣੇ ਆਪ ਨੂੰ ਬਚਾ ਲਓ, ਲੰਬੀ ਉਮਰ ਭੋਗੋ। ਤੇ ਅਗਲੀ ਵਾਰ ਦੀ ਜੋ ਅਸੀਂ ਦੱਸਣੀ ਜੇ ਗੱਲ, ਉਸ ਤੋਂ ਬੇਸ਼ਕੀਮਤੀ ਚੀਜ਼ ਨਹੀਂ ਹੋਣੀ, ਕਿਉਂਕਿ ਉਹ ਖੋਜਾਂ ਤੇ ਆਧਾਰਿਤ ਲੇਟੈਸਟ ਆਣੀ ਜੇ ਇਨਫੋਰਮੇਸ਼ਨ ਕਿ ਜਿਗਰ ਦੇ ਕੈਂਸਰ ਵਾਲੇ ਵੀ ਕੀ ਖਾਣ,
ਤੇ ਹੂੰ ਜਿਨ੍ਹਾਂ ਨੂੰ ਨਹੀਂ ਹੈ ਜਾਂ ਰਿਸਕ ਫੈਕਟਰਸ ਨੇ, ਕਿਸ ਖੁਰਾਕ ਦੇ ਉੱਤੇ ਉਹ ਲੈ ਚਲੇ ਜਾਣ ਤਾਂ ਕਿ ਉਹ ਆਪਣੀ ਇਸ ਬਿਮਾਰੀ ਤੋਂ ਨੈਸ਼ ਬਿਮਾਰੀ ਤੋਂ ਬਚ ਵੀ ਸਕਣ, ਨਰੋਏ ਵੀ ਰਹਿ ਸਕਣ। ਕਿਉਂਕਿ ਹਰਸ਼ਰਨ, ਮੇਰਾ ਖਿਆਲ ਹੈ ਤੁਹਾਡਾ ਤੇ ਮੇਰਾ ਇੱਕੋ ਹੀ ਸਿਰਫ ਮਕਸਦ ਹੁੰਦਾ ਇਹੋ ਜਿਹੇ ਜੀ ਪ੍ਰੋਗਰਾਮ ਰਾਹੀਂ ਕਿ ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਇਹਨਾਂ ਬਿਮਾਰੀਆਂ ਤੋਂ ਬਚੋ, ਲੰਬੀ ਉਮਰ ਭੋਗੋ। ਇਸ ਤੋਂ ਵੱਧ ਹੂੰ ਮੈਨੂੰ ਨਹੀਂ ਲੱਗਦਾ ਕੋਈ ਹੋਰ ਕਿੰਨੇ ਵੀ ਖਰਬਾਂ ਦੀ ਜਾਇਦਾਦ ਹੈ ਉਹ ਨਹੀਂ ਬਚਾ ਸਕਦੀ ਜ਼ਿੰਦਗੀ। ਪਰ ਬਿਲਕੁਲ ਇੰਨੀ ਕੁ ਗਿਆਨ ਦੀ ਨਿੱਕੀ ਨਿੱਕੀ ਜੀ ਗੱਲ ਜੋ ਖੋਜਾਂ ਤੇ ਆਧਾਰਿਤ ਹੈ, ਜੇ ਕਿਸੇ ਨੂੰ ਜ਼ਿੰਦਗੀ ਦੇ ਸਕਦੀ ਹੈ, ਮੇਰਾ ਖਿਆਲ ਇਸ ਤੋਂ ਬੇਸ਼ਕੀਮਤੀ ਕੋਈ ਸੌਗਾਤ ਨਹੀਂ ਹੋ ਸਕਦੀ ਜੋ ਅਸੀਂ ਮੁਫਤ ਦੇ ਰਹੇ ਹਾਂ। ਬਿਲਕੁਲ ਪਰ ਬਿਲਕੁਲ ਡਾਕਟਰ ਅਸਰ ਸਾਹਿਬ। ਨਹੀਂ ਜੇ ਹੋਣਾ ਜੇ ਸ਼ੇਅਰ ਨਹੀਂ ਕਰਨਾ। ਬਿਲਕੁਲ ਬਿਲਕੁਲ, ਅਸਲੀ ਗੱਲ ਤਾਂ ਹੁਣ ਆਈ ਹੈ ਕਿ ਅਸਰ ਨਹੀਂ ਹੋਣਾ ਜੇ ਸ਼ੇਅਰ ਨਹੀਂ ਕਰੋਗੇ। ਸੋ ਸਾਂਝਾ ਜ਼ਰੂਰ ਕਰਿਓ, ਕਿਉਂਕਿ ਜਿਹੜੀਆਂ ਇਹ ਡਾਕਟਰ ਦੀਆਂ ਸਲਾਹਾਂ ਹੁੰਦੀਆਂ ਨੇ ਬੜੀਆਂ ਕੀਮਤੀ ਹੁੰਦੀਆਂ ਨੇ ਤੇ ਸਾਨੂੰ ਤਾਂ ਮੁਫਤ ਦੇ ਵਿੱਚ ਮਿਲ ਰਹੀਆਂ ਨੇ, ਤੇ ਜੇ ਮੁਫਤ 'ਚ ਮਿਲ ਰਹੀਆਂ ਨੇ ਤੇ ਅਸੀਂ ਉਹਨਾਂ ਨੂੰ ਅੱਗੇ ਵੀ ਵੰਡੀਏ। ਮੁਫਤ ਦੀ ਜਿਹੜੀ ਚੀਜ਼ ਹੁੰਦੀ ਹੈ ਤਾਂ ਵੰਡ ਕੇ ਛਕਣੀ ਚਾਹੀਦੀ ਹੈ ਹਰ ਚੀਜ਼। ਸੋ ਬਿਲਕੁਲ ਸੋ ਜਿਹੜਾ ਹੈਗਾ ਉਹੀ ਡਾਕਟਰ ਸਾਹਿਬ ਨੇ ਹੁਣੇ ਜੋ ਕਿਹਾ ਸੀ ਕਿ ਸਿਹਤ ਨਹੀਂ ਤਾਂ ਕੁਛ ਵੀ ਨਹੀਂ ਹੈ। ਜੇ ਸਾਡੇ ਕੋਲ ਆਉਂਦੇ 10 ਕੁ ਸਾਲਾਂ ਤੱਕ ਮਤਲਬ ਏਦਾਂ ਕਹਿੰਦੇ ਨੇ ਸਿਹਤ ਮਾਹਿਰ ਕਿ ਲੋਕਾਂ ਨੂੰ ਹੋਊਗਾ ਕਿ ਪੈਸਾ ਨਹੀਂ ਚਾਹੀਦਾ, ਸਾਨੂੰ ਸਿਹਤ ਚਾਹੀਦੀ ਹੈ। ਉਹਨਾਂ ਨੂੰ ਇਹ ਸਮਝ ਆ ਜਾਣੀ ਹੈ ਤੇ ਹੌਲੀ ਹੌਲੀ ਲੋਕਾਂ ਨੂੰ ਆ ਵੀ ਰਹੀ ਹੈ। ਸਾਰਾ ਕੁਛ ਇਲਾਜ ਸਾਡੇ ਹੱਥ ਵਿੱਚ ਹੀ ਹੁੰਦਾ, ਬਸ ਅਸੀਂ ਲਾਪਰਵਾਹੀਆਂ ਕਰਦੇ ਹਾਂ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਸਾਨੂੰ ਦੱਸਣਗੇ ਕਿ ਜਿਗਰ ਦੇ ਕੈਂਸਰ ਤੋਂ ਬਚਣ ਲਈ ਖੁਰਾਕ ਕਿਹੜੀ ਹੈ, ਤੇ ਜਿਗਰ ਦਾ ਕੈਂਸਰ ਹੋਵੇ ਹੀ ਨਾ ਉਹਦੇ ਲਈ ਖੁਰਾਕ ਕਿਹੜੀ ਖਾਣੀ ਹੈ। ਡਾਕਟਰ ਸਾਹਿਬ ਮੈਂ ਬਿਲਕੁਲ ਠੀਕ ਕਿਹਾ ਨਾ? ਨਹੀਂ, ਬਿਲਕੁਲ ਜਿਨ੍ਹਾਂ ਨੂੰ ਹੋ ਚੁੱਕਿਆ ਇਹ ਹਮ, ਬਿਮਾਰੀ ਹੈ, ਇਸ ਵੇਲੇ ਵੀ ਉਹ ਲੜ ਰਹੇ ਨੇ, ਜੂਝ ਰਹੇ ਨੇ, ਉਹਨਾਂ ਲਈ ਵੀ ਜੀ ਕਿਸ ਤਰੀਕੇ ਉਹ ਆਪਣੇ ਆਪ ਨੂੰ ਥੋੜਾ ਠੀਕ ਰੱਖਣ, ਕਿਉਂਕਿ ਭੁੱਖ ਵੀ ਮਰ ਜਾਂਦੀ ਹੈ, ਦਿਲ ਹਮ ਵੀ ਕੱਚਾ ਹੋ ਰਿਹਾ ਹੁੰਦਾ, ਖਾਣ ਨੂੰ ਵੀ ਕੁਝ ਦਿਲ ਨਹੀਂ ਕਰਦਾ। ਸੋ ਉਹਨਾਂ ਲਈ ਵੀ ਖੁਰਾਕ ਦੱਸਾਂਗੇ ਜਿਸ ਨਾਲ ਉਹ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਣ। ਯਾਨੀ ਜਿਗਰ ਦਾ ਕਿਸੇ ਵੀ ਕਿਸਮ ਦਾ ਰੋਗ ਹੋਵੇ ਉਹਦੀ ਖੁਰਾਕ ਜ਼ਰੂਰ ਦੱਸਾਂਗੇ। ਪਰ ਮੈਂ ਜਾਣ ਤੋਂ ਪਹਿਲਾਂ ਹਰਸ਼ਨ, ਤੁਸੀਂ ਹਰ ਵਾਰ ਪੁੱਛਦੇ ਹੋ ਇੱਕ ਚੀਜ਼, ਮੈਂ ਉਹਦੀ ਅੱਜ ਤਾਂ ਪਤਾ ਨਹੀਂ ਕਿਵੇਂ ਦਿਲੋਂ ਹੀ ਅਰਦਾਸ ਵੀ ਕਰ ਸਕਦੀ ਹਾਂ ਤੇ ਇੱਕ ਹੱਥ ਜੋੜ ਬੇਨਤੀ ਹੈ ਸਾਡੇ ਹੀ ਆਪਣੇ ਵੀਰਾਂ ਨੂੰ, ਜੋ ਕਿਸਾਨ ਵੀਰ ਜਿਨ੍ਹਾਂ ਸਦਕਾ ਅਸੀਂ ਢਿੱਡ ਭਰ ਸਕ ਰਹੇ ਹਾਂ, ਕਿ ਜੀ ਤੁਸੀਂ ਰੱਬ ਦਾ ਵਾਸਤਾ ਜੇ ਇਹ ਜੋ ਛਿੜਕਾਅ ਕਰ ਰਹੇ ਹੋ ਇਹ ਬੜਾ ਤਗੜਾ ਕੈਂਸਰ ਕਰਦਾ ਜੇ, ਇਹ ਸਾਡੇ ਜੀਨ ਦੀ ਤਬਦੀਲੀ ਵਿੱਚ ਜੋ ਜੈਨੇਟਿਕ ਤਬਦੀਲੀ ਤੱਕ ਲਿਆ ਰਿਹਾ ਜੇ, ਇਹ ਤੁਹਾਡੀਆਂ ਤਾਂ ਪੁਸ਼ਤਾਂ ਦੀਆਂ ਨਾਸ ਇਹਨਾਂ ਨੇ ਮਾਰਨਾ ਹੀ ਹੈ, ਪਰ ਸਾਡੇ ਸਭ ਦੀਆਂ ਪੁਸ਼ਤਾਂ ਤੇ ਇਸੇ ਤਰ੍ਹਾਂ ਮਾਰੂ ਰੋਗਾਂ ਨਾਲ ਅਸੀਂ ਹਸਪਤਾਲ ਵਿੱਚ ਅੱਡੀਆਂ ਰਗੜਦੇ ਜਾਵਾਂਗੇ। ਰੱਬ ਦਾ ਵਾਸਤਾ ਇਹਨਾਂ ਸਪਰੇਆਂ ਤੋਂ ਤੌਬਾ ਕਰ ਲਈ ਜਾਵੇ। ਜੀ ਧਰਤੀ ਅੱਜ ਵੀ ਇੱਕ ਸਦੀ ਲੱਗੇਗੀ ਜਿੰਨਾ ਅਸੀਂ ਇਹਦੇ ਵਿੱਚ ਜ਼ਹਿਰ ਭਰ ਦਿੱਤਾ। ਸੋ ਉੱਥੋਂ ਪਲੀਜ਼ ਅਸੀਂ ਪਰਹੇਜ਼ ਕਰ ਲਈਏ ਤਾਂ ਹੀ ਕੁਛ ਬਚਾਅ ਹੋਏਗਾ, ਵਰਨਾ ਵੱਖੋ ਵੱਖਰੀਆਂ ਕਿਸਮਾਂ ਦੇ ਕੈਂਸਰ ਦੇ ਨਾਲ ਅਸੀਂ ਸਭ ਨੇ ਕੂਚ ਕਰ ਜਾਣਾ। ਜੀ ਜੀ ਬਿਲਕੁਲ ਬਿਲਕੁਲ। ਸੋ ਇਹ ਜ਼ਰੂਰ ਯਾਦ ਰੱਖਣਾ ਪਊਗਾ ਸਾਨੂੰ ਸਾਰਿਆਂ ਨੂੰ ਕਿ ਸਿਹਤ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਨੂੰ ਮਿਲਾਂਗੇ ਅਗਲੇ ਐਤਵਾਰ ਸ਼ਾਮ ਨੂੰ 6 ਵਜੇ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਲਈ ਇੰਨਾ ਕੀਮਤੀ ਸਮਾਂ ਕੱਢਦੇ ਹੋ, ਸਾਰੇ ਦਰਸ਼ਕਾਂ ਦੇ ਲਈ ਸਮਾਂ ਕੱਢਦੇ ਹੋ। ਤੁਸੀਂ ਵੀ ਆਪਣਾ ਧਿਆਨ ਰੱਖਿਆ ਕਰੋ। ਜੀ ਬਹੁਤ ਧੰਨਵਾਦ ਤੁਹਾਡਾ ਵੀ, ਤੁਸੀਂ ਆਪਣੇ ਇੰਨੇ ਵਧੀਆ ਚੈਨਲ ਵਿੱਚ ਜਿੱਥੇ ਦਿਨ ਰਾਤ ਜੁਟੇ ਹੋ ਉਹਦੇ ਵਿੱਚ ਸਾਨੂੰ ਮੈਨੂੰ ਵੀ ਮੇਰੇ ਵਰਗੀ ਨਿਮਾਣੀ ਨੂੰ ਸਮਾਂ ਦਿੰਦੇ ਹੋ। ਤੇ ਧੰਨਵਾਦ ਸਾਰੇ ਸੁਣਨ ਵਾਲਿਆਂ ਦਾ ਜੋ ਸਾਨੂੰ ਹੱਲਾਸ਼ੇਰੀ ਦੇ ਕੇ ਪ੍ਰੋਗਰਾਮ ਜਾਰੀ ਰੱਖਣ ਲਈ ਜੀ ਸਾਨੂੰ ਜ਼ੋਰ ਲਾਉਂਦੇ ਰਹਿੰਦੇ ਨੇ। ਜੀ ਬਹੁਤ ਜੀ ਧੰਨਵਾਦ। ਜੀ, ਸਾਰੇ ਦਰਸ਼ਕਾਂ ਦਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ, ਅਗਲੇ ਹਫਤੇ ਮਿਲਾਂਗੇ। ਸਤਿ ਸ਼੍ਰੀ ਅਕਾਲ।